ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਿਕਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਸਾਡਾ ਸਰੀਰ ਸਾਡੀ ਸਿਹਤ ਪਰਮਾਤਮਾ ਵੱਲੋਂ ਬਖਸ਼ੀ ਗਈ ਸਭ ਤੋਂ ਵੱਡੀ ਨਿਮਤ ਹੈ ਔਰ ਇਹਨੂੰ ਠੀਕ ਰੱਖਣਾ ਸਾਡੀ ਹੀ ਜ਼ਿੰਮੇਵਾਰੀ ਹੈ। ਜਿੱਥੇ ਅਸੀਂ ਦੁਨੀਆ ਦੇ ਸਾਰੇ ਕੰਮ ਨਿਭਾਉਂਦੇ ਹਾਂ, ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਇਸ ਦੇ ਪ੍ਰਤੀ ਲਾਪਰਵਾਹ ਹੋ ਜਾਂਦੇ ਹਾਂ ਔਰ ਜਿਸ ਦਾ ਹਰਜਾਨਾ ਸਾਨੂੰ ਭੁਗਤਣਾ ਪੈਂਦਾ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਫਿਰ ਡਾਕਟਰਾਂ ਦੇ ਚੱਕਰ ਲਾਣੇ ਪੈਂਦੇ ਨੇ। ਔਰ ਅੱਜ ਸਾਡੇ ਨਾਲ ਨੇ ਡਾਕਟਰ ਇਫਤਿਖਾਰ ਚੌਧਰੀ ਜੀ, ਜੋ ਕਿ ਹੋਮਿਓਪੈਥਿਕ ਔਰ ਹਰਬਲ ਦਵਾਈਆਂ ਦੇ ਮਾਹਰ ਨੇ। ਆਈਏ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਔਰ ਇਹਨਾਂ ਕੋਲੋਂ ਜਾਣਦੇ ਹਾਂ ਕਿ ਕਿਵੇਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ। जी डॉक्टर साहब, अस्सलाम वालेकुम और बहुत बहुत स्वागत है जी। अस्सलाम वालेकुम और सत श्री अकाल ऑल द व्यूअर्स। हाँ जी डॉक्टर साहब, ਅਸੀਂ ਗੱਲ ਕਰਦੇ ਹਾਂ ਅਕਸਰ ਬਿਮਾਰੀਆਂ ਦੇ ਬਾਰੇ, ਦਵਾਈਆਂ ਦੇ ਬਾਰੇ ਜੀ, ਲੇਕਿਨ ਉੱਥੇ ਤੱਕ ਪਹੁੰਚਣ ਤੋਂ ਪਹਿਲੇ ਅਸੀਂ ਕਿਵੇਂ ਠੀਕ ਰਹਿ ਸਕਦੇ ਹਾਂ, ਅੱਜ ਇਹਦੇ ਬਾਰੇ ਅਸੀਂ ਗੱਲ ਕਰ ਰਹੀਏ ਤੇ ਕਿਵੇਂ ਅਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ, ਸਿਹਤਮੰਦ ਅਸੀਂ ਰਹਿ ਸਕਦੇ ਹਾਂ। ਬਿਲਕੁਲ ਆਲਵੇਜ਼ ਮੈਂ ਇਹ ਗੱਲ ਕਰਨਾ ਕਿ ਆਪਣੀ ਬਾਡੀ ਦਾ ਖਿਆਲ ਇਸ ਤਰ੍ਹਾਂ ਰੱਖੋ ਜਿਸ ਤਰ੍ਹਾਂ ਆਪਣੇ ਤੁਸੀਂ ਟਰੱਕ ਦਾ ਤੇ ਗੱਡੀ ਦਾ ਰੱਖਦੇ ਹੋ। ਅਕਸਰ ਲੋਕ ਗੱਡੀ ਚਲਾਉਂਦੇ ਨੇ, ਟਰੱਕ ਚਲਾਉਂਦੇ ਨੇ, ਆਪਣੇ ਹੋਰ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਨੇ, ਉਹਦੇ ਮੇਨਟੇਨੈਂਸ ਕਿੰਨਾ ਟਾਈਮ ਤੇ ਕਰਦੇ ਨੇ, ਰਾਈਟ। ਬਿਲਕੁਲ। ਉਹਦਾ ਟਰੱਕ ਹੀ LSC ਉਹ ਥੋੜਾ ਜਿਹਾ ਉਹਨੂੰ ਪ੍ਰੋਬਲਮ ਹੋ ਜਾਏ ਤੁਸੀਂ ਇੱਕਦਮ ਰੋਕ ਦਿੰਦੇ ਹੋ, ਉਹਦਾ ਆਇਲ ਫਿਲਟਰ ਚੇਂਜ, ਸਾਰਾ ਟਾਇਰ ਪ੍ਰੈਸ਼ਰ, ਹਰ ਚੀਜ਼ ਦੇਖਦੇ ਹੋ, ਰਾਈਟ ਜੀ। ਔਰ ਵਾਟ ਅਬਾਊਟ ਆਪਣੀ ਬਾਡੀ? ਕੋਈ ਵੀ ਪ੍ਰੋਬਲਮ ਜਦੋਂ ਹੁੰਦਾ ਹੈ ਸ਼ੁਰੂ 'ਚ ਬਿਲਕੁਲ ਮਾਮੂਲੀ ਜਿਹਾ ਪ੍ਰੋਬਲਮ ਹੁੰਦਾ ਹੈ, ਲੇਕਿਨ ਅਗਰ ਉਹਨੂੰ ਤੁਸੀਂ ਇਗਨੋਰ ਕਰਦੇ ਰਹੋ, ਉਹਦਾ ਟੇਕ ਕੇਅਰ ਨਾ ਕਰੋ ਤੇ ਫਿਰ ਪ੍ਰੋਬਲਮ ਇੰਨਾ ਵੀ ਵੱਧ ਸਕਦਾ ਕਿ ਉਹਦਾ ਇਲਾਜ ਵੀ ਮੁਮਕਿਨ ਨਹੀਂ ਹੁੰਦਾ, ਠੀਕ ਹੈ ਨਾ। ਤੇ ਤੁਸੀਂ ਥੋੜੇ ਜਿਹੇ ਪ੍ਰੋਬਲਮ ਨੂੰ ਮਤਲਬ ਜਿਹੜਾ ਹੋਏ ਉਹਨੂੰ ਰਾਈਟ ਅਵੇ ਉਹਦਾ ਟੇਕ ਕੇਅਰ ਕਰੋ, ਡਾਕਟਰ ਕੋਲ ਜਾਓ, ਚੈੱਕਅਪ ਜ਼ਰੂਰ ਕਰਾਓ। ਇਹ ਨਹੀਂ ਹੁੰਦਾ ਕਿ ਆਪਣੇ ਅੰਦਾਜ਼ੇ ਨਾਲ ਹੀ ਤੁਸੀਂ ਸੌਂਫ ਖਾਂਦੇ ਰਹੋ, ਕਿਸੇ ਨੇ ਕਹਿ ਦਿੱਤਾ ਕਾਲਾ ਨਮਕ ਖਾ ਲਓ, ਕਿਸੇ ਨੇ ਕਿਹਾ ਜ਼ੀਰਾ ਪਾਣੀ ਪੀ ਲਓ, ਲੇਕਿਨ ਉਹਨੂੰ ਡਾਇਗਨੋਸ ਹੋਣਾ ਚਾਹੀਦਾ। ਔਰ ਸਾਡਾ ਜਿਹੜਾ ਸਿਸਟਮ ਹੈ, ਸਾਡੇ ਆਫਿਸ 'ਚ ਜਿਹੜਾ ਮੇਰੀ ਵਾਈਫ ਜਿਹੜੇ ਨੇ ਉਹ ਨਿਊਰੋਲੋਜਿਸਟ ਨੇ, ਫਿਜ਼ੀਸ਼ੀਅਨ ਨੇ, ਔਰ ਮੈਂ ਜਿਹੜਾ ਨੈਚੁਰੋਪੈਥਿਕ ਔਰ ਹੋਮਿਓਪੈਥਿਕ ਦਾ ਐਕਸਪਰਟ ਹਾਂ। ਅਤੇ ਉਹਦੇ 'ਚ ਕੀ ਹੁੰਦਾ ਕਿ ਅਸੀਂ ਬੈਸਟ ਐਡਵਾਈਸ ਦਿੰਦੇ ਹਾਂ ਕਿ ਅਗਰ ਤੁਹਾਡਾ ਕੋਈ ਪ੍ਰੋਬਲਮ ਹੈ ਔਰ ਉਹਨੂੰ ਕਿਸ ਤਰੀਕੇ ਨਾਲ ਅਸੀਂ ਸੋਲਵ ਕਰ ਸਕਦੇ ਹਾਂ, ਕਿਹੜੀ ਦਵਾਈ ਉਹਨੂੰ ਦੇ ਸਕਦੇ ਹਾਂ, ਕਿਹੜੀ ਦਵਾਈ ਉਹਨੂੰ ਰੈਕਮੈਂਡ ਕਰੀਏ ਜਿਹਦੇ ਨਾਲ ਉਹਨੂੰ ਫਾਇਦਾ ਹੋਏ। ਅਗਰ ਉਹਦੇ 'ਚ ਹੋਮਿਓਪੈਥਿਕ ਅਗਰ ਉਹਦੇ ਵਾਸਤੇ ਬੈਸਟ ਹੈ ਤਾਂ ਉਹ ਅਸੀਂ ਰੈਕਮੈਂਡ ਕਰਾਂਗੇ, ਅਗਰ ਐਲੋਪੈਥਿਕ ਹੈ ਤਾਂ ਉਹ ਰੈਕਮੈਂਡ ਕਰਾਂਗੇ, ਅਗਰ ਉਹਨਾਂ ਨੂੰ ਕੋਈ ਸਰਜਰੀ ਕਰਾਉਣੀ ਹੈ ਤਾਂ ਉਹ ਅਸੀਂ ਰੈਕਮੈਂਡ ਕਰਾਂਗੇ। ਇਹ ਨਹੀਂ ਹੁੰਦਾ ਕਿ ਗੋਲੀਆਂ ਖਵਾਉਂਦੇ ਜਾਓ ਔਰ ਬੰਦੇ ਦਾ ਪਤਾ ਹੀ ਨਾ ਲੱਗੇ। ਔਰ ਅਕਸਰ ਤਾਂ ਹੀ ਬਹੁਤ ਲੋਕ ਜਿਹੜੇ ਜਿਨ੍ਹਾਂ ਨੂੰ ਹੋਮਿਓਪੈਥਿਕ ਦਾ ਐਕਸਪੀਰੀਅੰਸ ਨਹੀਂ ਹੈ ਜਾਂ ਕਈਆਂ ਨੂੰ ਐਕਸਪੀਰੀਅੰਸ ਹੈ ਆਪਣੇ ਮੁਲਕਾਂ 'ਚ ਕਿ ਉਹ ਜੀ ਹੋਮਿਓਪੈਥਿਕ ਖਾਧੀ ਸੀ ਅਤੇ ਸਾਨੂੰ ਇਹ ਪ੍ਰੋਬਲਮ ਹੋ ਗਿਆ ਸੀ। ਕਿਤਨੇ ਲੋਕ ਨੇ ਇਸ ਤਰ੍ਹਾਂ ਜਿਹੜੇ ਕਿ ਮੇਰੇ ਕੋਲ ਆਉਂਦੇ ਨੇ ਪੇਸ਼ੈਂਟ ਕਿ ਉਹ ਇੰਨੇ ਡਰੇ ਹੁੰਦੇ ਆ ਕਿ ਡਾਕਟਰ ਸਾਹਿਬ ਉਹ ਅਸੀਂ ਫਲਾਣੇ ਵੈਦ ਜੀ ਕੋਲ ਗਏ ਸੀ ਜਾਂ ਹੋਮਿਓਪੈਥਿਕ ਡਾਕਟਰ ਕੋਲ ਗਏ ਸੀ, ਉਹ ਸਾਡੇ ਫਾਦਰ ਜੀ ਬਿਮਾਰ ਸੀ, ਉਹਨਾਂ ਕੋਲ ਗਏ, ਉਹ ਦਵਾਈ ਖਾਧੀ, ਉਹ ਦੂਜੇ ਦਿਨ ਹੀ ਪੂਰੇ ਹੋ ਗਏ ਜੀ। ਮਤਲਬ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਦਵਾਈ ਦੀ ਵਜ੍ਹਾ ਨਾਲ ਪੂਰੇ, ਲੇਕਿਨ ਉਹ ਸਹੀ ਡਾਇਗਨੋਸ ਹੋਣਾ ਚਾਹੀਦਾ। ਬਿਲਕੁਲ। ਇਹ ਨਹੀਂ ਕਿ ਤੁਸੀਂ ਹੁਣ ਸੀਰੀਅਸ ਪ੍ਰੋਬਲਮ ਹੈ, ਤੁਹਾਨੂੰ ਪਤਾ ਹੀ ਨਹੀਂ ਮਰੀਜ਼ ਨੂੰ ਕੀ ਹੈ, ਤੁਸੀਂ ਹੋਮਿਓਪੈਥਿਕ ਡਾਕਟਰ ਜਾਂ ਹਰਬਲ ਡਾਕਟਰ ਕੋਲ ਲੈ ਜਾਓ ਔਰ ਉਹ ਮਤਲਬ ਡਾਇਗਨੋਸ ਹੀ ਨਹੀਂ ਹੈ ਤੇ ਉਹ ਪ੍ਰੋਬਲਮ ਮਤਲਬ ਬਹੁਤ ਜ਼ਿਆਦਾ ਹੁੰਦਾ ਤੇ ਤੁਸੀਂ ਡਾਇਗਨੋਸ ਜ਼ਰੂਰ ਕਰਾਉਣਾ ਹੈ, ਡਾਕਟਰ ਕੋਲ ਜਾਣਾ ਹੈ, ਕੋਈ ਐਮਰਜੈਂਸੀ ਹੋ ਜਾਂਦੀ ਹੈ ਹਸਪੀਟਲ ਜਾਣਾ ਹੈ, ਲੇਕਿਨ ਉਹਦੇ ਬਾਅਦ ਜਿਹੜਾ ਇਲਾਜ ਹੈ ਉਹ ਤੁਸੀਂ ਫਿਰ ਪ੍ਰੋਪਰ ਤਰੀਕੇ ਨਾਲ ਇਲਾਜ ਹੋਵੇ ਜੀ ਤੇ ਫਿਰ ਬੰਦਾ ਠੀਕ ਹੋ ਸਕਦਾ। ਬਿਲਕੁਲ। ਔਰ ਐਸੀ ਹੈ ਜੋ ਸਾਡਾ ਮੌਜੂ ਸੀ ਕਿ ਅਸੀਂ ਬਿਮਾਰੀਆਂ ਤੋਂ ਬਚੀਏ ਕਿਸ ਤਰ੍ਹਾਂ ਜੀ। ਅਗਰ ਤੁਸੀਂ ਆਪਣੀ ਬਾਡੀ ਦਾ ਮੇਨਟੇਨੈਂਸ ਰੱਖੋ, ਖਾਣੇ ਪੀਣੇ 'ਤੇ ਸਹੀ ਕੰਟਰੋਲ ਰੱਖੋ, ਥੋੜ੍ਹੀ ਬਹੁਤ ਐਕਸਰਸਾਈਜ਼ ਕਰੋ, ਨੀਂਦ ਪੂਰੀ ਕਰੋ, ਬਹੁਤ ਜ਼ਿਆਦਾ ਜਿਹੜੇ ਹੈ ਜਿਹੜੇ ਮਾਡਰਨ ਚੀਜ਼ਾਂ ਨੇ, ਜਿਹੜੇ ਗੈਜਟਸ ਨੇ, ਜਿਸ ਤਰ੍ਹਾਂ ਤੁਸੀਂ ਕਾਲ ਲੈਣਾ ਚਾਹੁੰਦੇ ਹੋ ਜੀ? ਇੱਕ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਨੈਣਾ ਜੀ ਡਾਕਟਰ ਸਾਹਿਬ ਨਾਲ ਕਰੋ ਗੱਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ ਜੀ? ਰਾਜ ਜੀ। ਡਾਕਟਰ ਸਾਹਿਬ ਤੁਹਾਡੇ ਨਾਲ ਤਾਂ ਪਿਆਰ ਹੀ ਪਿਆਰ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਆਪਣਾ ਇਤਨਾ ਪਿਆਰ ਕਰਦੇ ਹੋ ਔਰ ਤੁਹਾਡੀ ਵਜ੍ਹਾ ਨਾਲ ਹੀ ਤੇ ਅਸੀਂ TV ਸ਼ੋਅ ਕਰਨੇ ਆ ਕਿ ਤੁਸੀਂ ਦੇਖਦੇ ਹੋ, ਸ਼ੌਕ ਨਾਲ ਸੁਣਦੇ ਹੋ ਔਰ ਅਮਲ ਵੀ ਕਰਦੇ ਹੋ। ਬੜਾ ਕਈ ਹੁੰਦਾ ਜੀ ਥੈਂਕ ਯੂ। ਤੁਹਾਡੇ ਵਾਂਗੂ ਸਾਰੇ ਪਿਆਰ ਨਹੀਂ ਕਰਦੇ। ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਸ਼ੁਕਰੀਆ ਕਾਲ ਕਰਨੇ ਦਾ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਜੀ ਡਾਕਟਰ ਸਾਹਿਬ, ਤੇ ਅਸੀਂ ਗੱਲ ਕਰ ਰਹੇ ਸੀ ਕਿ ਅਗਰ ਤੁਸੀਂ ਜਿਸ ਤਰ੍ਹਾਂ ਕਿ ਕਿਸੇ ਨੂੰ ਬੰਦੇ ਨੂੰ ਅਗਰ ਸ਼ੂਗਰ ਹੋ ਗਈ ਹੈ, ਡਾਇਬੈਟਿਕ ਹੋ ਗਿਆ, ਠੀਕ ਹੈ ਜੀ, ਤੇ ਅਗਰ ਉਹ
ਮਿੱਠੀਆਂ ਚੀਜ਼ਾਂ ਵੀ ਖਾਂਦਾ ਰਹੇ, ਐਕਸਰਸਾਈਜ਼ ਵੀ ਨਾ ਕਰੇ, ਡਰਿੰਕਸ ਵੀ ਕਰਦਾ ਰਹੇ, ਔਰ ਦਵਾਈ ਜਿਹੜੀ ਹੈ ਉਹ ਟਾਈਮ ਤੇ ਨਾ ਖਾਏ, ਚਾਹੇ ਉਹ ਐਲੋਪੈਥਿਕ ਹੈ ਚਾਹੇ ਹੋਮਿਓਪੈਥਿਕ ਹੈ, ਦਵਾਈ ਜ਼ਰੂਰ ਖਾਣੀ ਹੈ ਡਾਇਬੈਟਿਕ ਬੰਦੇ ਨੂੰ ਟਾਈਮ ਤੇ। ਅਗਰ ਉਹ ਨਹੀਂ ਖਾਏਗਾ ਤੇ ਕੀ ਹੋਏਗਾ? ਹੁਣ ਸ਼ੁਰੂ ਵਿੱਚ ਬੰਦਾ ਯੰਗ ਹੁੰਦਾ ਹੈ, 30 ਸਾਲ 35 ਸਾਲ 40 ਸਾਲ, ਤੇ ਉਹ ਅਗਰ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਵੀ ਹੈ ਤੇ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਜੀ। ਹੁਣ ਕਿਤਨੇ ਲੋਕ ਨੇ ਜਿਹੜੇ ਕਿ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਹੈ, ਸ਼ੂਗਰ ਵੀ ਹੈ, ਕੋਲੇਸਟ੍ਰੋਲ ਵੀ ਹੈ, ਲੇਕਿਨ ਉਹਨਾਂ ਨੇ ਆਪਣੀ ਦਵਾਈ ਨਹੀਂ ਖਾਧੀ ਜੀ, ਔਰ ਉਹ ਐਂਡ ਅਪ ਹਸਪੀਟਲ, ਮਤਲਬ ਬਿਲਕੁਲ ਹੀ ਕਿਤਨੇ ਲੋਕਾਂ ਨੂੰ ਜਿਨ੍ਹਾਂ ਨੂੰ ਕਈ ਸਟ੍ਰੋਕ ਵਾਰ ਹੋ ਤਾਂ ਗਏ। ਡਾਕਟਰ ਸਾਹਿਬ, ਕਈ ਲੋਕ ਇਹ ਕਹਿੰਦੇ ਨੇ ਅਸੀਂ ਡਾਕਟਰ ਕੋਲ ਵੀ ਗਏ, ਦਵਾਈ ਵੀ ਲੈ ਕੇ ਆਏ, ਫਿਰ ਵੀ ਆਰਾਮ ਨਹੀਂ ਆਇਆ। ਬਾਅਦ ਚ ਜਦੋਂ ਪੁੱਛਦੇ ਆ ਤਾਂ ਉਹ ਕਹਿੰਦੇ ਕਿ ਦਵਾਈ ਤਾਂ ਅਸੀਂ ਲਿਆਂਦੀ ਸੀ ਪਰ ਖਾਧੀ ਨਹੀਂ, ਉਸੇ ਤਰ੍ਹਾਂ ਪਈ ਰਹੀ। ਹਾਂ, ਲੇਕਿਨ ਉਹ ਐਕਸਪੈਕਟ ਕਰਦੇ ਨੇ ਕਿ ਫਿਰ ਵੀ ਸਾਨੂੰ ਜੋ ਹੈ ਅਸਰ ਕਰੇ ਦਵਾਈ। ਜੀ ਬਿਲकुल। और देखिए दवाई अगर खानी है उन्होंने टाइम से खाना है। स्पैशली मैं जिन्होंने लोगों को ब्लड प्रेशर है, जिन्होंने डायबिटिक है, उन्होंने चाहिए कि 4 चीज़ां ਜਿਹੜੀਆਂ ਨੇ ਬਹੁਤ ਜ਼ਰੂਰੀ ਨੇ ਡਾਇਬੈਟਿਕ ਲੋਕਾਂ ਵਾਸਤੇ। ਇੱਕ ਤੇ ਉਹ ਖਾਣੇ ਪੀਣੇ ਤੇ ਕੰਟਰੋਲ ਕਰਨ, ਦੂਸਰਾ ਉਹ ਦਵਾਈ ਟਾਈਮ ਤੇ ਖਾਣ, ਤੀਸਰਾ ਐਕਸਰਸਾਈਜ਼ ਜਿਹੜੀ ਹੈ ਬਹੁਤ ਜ਼ਰੂਰੀ ਹੈ, ਠੀਕ ਹੈ ਨਾ, ਔਰ ਚੌਥਾ ਹੈ ਕਿ ਮਤਲਬ ਆਪਣੇ ਕੰਮਾਂ ਨੂੰ ਵੀ ਥੋੜਾ ਕੰਟਰੋਲ ਕਰੋ, ਕਿਉਂਕਿ ਕੰਮ ਤੇ ਖਤਮ ਨਹੀਂ ਹੋਣਦੇ ਤੁਹਾਡੇ ਜੀ। ਕੰਮ ਜਿਹੜੇ ਨੇ ਇੱਥੇ 24 ਘੰਟੇ ਤੁਸੀਂ ਕਰਦੇ ਰਹੋਗੇ, ਤੁਸੀਂ ਸਾਰੀ ਜ਼ਿੰਦਗੀ ਖਤਮ ਹੋ ਜਾਏਗੀ। ਮੈਂ ਦੇਖਿਆ ਕਿਤਨੇ ਲੋਕ ਨੇ ਜਿਹੜੇ ਕਿ 20 ਸਾਲ ਤੋਂ ਕੰਮ ਕਰੀ ਜਾ ਰਹੇ ਆ, ਕੋਈ ਇੱਕ ਦਿਨ ਆਫ ਨਹੀਂ ਲਿਆ, ਆਪਣੇ ਬਿਜ਼ਨਸ ਵਧਾਈ ਜਾ ਰਹੇ ਨੇ। ਅੱਜ ਇੱਕ ਸਟੋਰ ਹੈ, 2 ਨੇ ਜੀ, 10 ਨੇ, 15 ਨੇ ਸਟੋਰ, ਲੇਕਿਨ ਆਪਣੇ ਬਾਰੇ 'ਚ ਕੋਈ ਉਹਨਾਂ ਨੇ ਟੇਕ ਕੇਅਰ ਨਹੀਂ ਕੀਤਾ ਔਰ ਐਂਡ ਅਪ ਹਸਪੀਟਲਾਈਜ਼ ਹੋ ਗਏ। ਮਤਲਬ ਅਗਰ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਉਹ ਅਗਰ ਕੰਟਰੋਲ ਨਹੀਂ ਕਰਨ ਦੇ, ਦਵਾਈ ਨਹੀਂ ਖਾਣ ਦੇ, ਰੈਸਟ ਨਹੀਂ ਕਰਨ ਦੇ, ਤੇ ਕੀ ਹੋਏਗਾ? ਇੱਕਦਮ ਹੀ ਫਿਰ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਪਟਾਕਾ ਵੱਜਿਆ। ਤੇ ਔਰ ਅਕਸਰ ਲੋਕ ਜਿਹੜੇ ਨੇ ਕਈ ਹਸਪੀਟਲ ਤੱਕ ਵੀ ਨਹੀਂ ਪਹੁੰਚ ਪਾਉਂਦੇ ਜੀ। ਔਰ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੰਮ ਪੂਰੇ ਨਹੀਂ ਹੁੰਦੇ, ਅਗਰ ਅਸੀਂ ਦੇਖੀਏ ਕੰਮ ਦਾ ਮਤਲਬ ਤਾਂ ਘੱਟ ਹੁੰਦਾ ਜੀ। ਕੰਮ, ਹਾਂਜੀ, ਹਿੰਦੀ ਦਾ ਸ਼ਬਦ ਹੈ ਇਹ ਕੰਮ, ਔਰ ਜਿਹਦਾ ਨਾ ਹੀ ਕੰਮ ਹੈ ਉਹ ਕਿਵੇਂ ਪੂਰਾ ਹੋ ਜਾਏਗਾ? ਜੀ ਬਿਲਕੁਲ, ਬੰਦਾ ਹੀ ਪੂਰਾ ਹੋ ਜਾਂਦਾ, ਕੰਮ ਨਹੀਂ ਪੂਰਾ ਹੁੰਦਾ ਜੀ। ਤੇ ਆਪਣੇ ਈਜ਼ੀ ਰਹੋ, ਆਪਣੇ ਜ਼ਿੰਦਗੀ ਨੂੰ ਇੰਜੋਏ ਕਰਕੇ ਆਪਣੇ। ਅਕਸਰ ਦੇਖਿਆ ਗਿਆ ਹੈ ਹਸਬੈਂਡ ਵਾਈਫ ਜਿਹੜੇ ਨੇ ਉਹਨਾਂ ਦੀ ਲਾਈਫ ਬੜੀ ਮਤਲਬ ਇਫੈਕਟ ਹੁੰਦੀ ਹੈ ਇਸ ਵਜ੍ਹਾ ਨਾਲ ਕਿ ਉਹ ਬੱਚਿਆਂ ਦਾ ਟੇਕ ਕੇਅਰ ਕਰਦੇ ਰਹਿੰਦੇ ਹੈ। ਜਦੋਂ ਬੱਚੇ ਜਵਾਨ ਹੋਏ, ਉਹਨਾਂ ਦੀ ਸ਼ਾਦੀ ਕੀਤੀ, ਉਹਨਾਂ ਦੇ ਬੱਚਿਆਂ ਦਾ ਉਹ ਟੇਕ ਕੇਅਰ ਕਰਦੇ ਰਹਿੰਦੇ ਹੈ ਤੇ ਆਪਣਾ ਕੋਈ ਖਿਆਲ ਨਹੀਂ ਕਰਦੇ। ਕੰਮ ਕਰਕੇ ਉਹਨਾਂ ਦੀ ਸਿਹਤ ਦਾ ਵੀ ਔਰ ਉਹਨਾਂ ਦਾ ਰੈਸਟ ਵੀ, ਤੇ ਆਪਣੇ ਆਪ ਨੂੰ ਇੰਜੋਏ ਕਰੋ, ਆਪਣਾ ਟਾਈਮ ਕੱਢੋ। ਹਸਬੈਂਡ ਵਾਈਫ ਸਪੈਸ਼ਲੀ ਉਹਨਾਂ ਨੂੰ ਚਾਹੀਦਾ ਕਿ ਆਪਣੇ ਮਤਲਬ ਆਪਣੀ ਲਾਈਫ ਵਾਸਤੇ अगर इंजॉय करने वास्ते थोड़ा बहुत टाइम कड्डो। काम मतलब अक्सर की होता जी 2 दिन छुट्टी करनी है, 1 दिन छुट्टी करनी, वो इन्ने घर दे काम होंदे ने कि उहदे च उन्हां नूं रैस्ट नहीं मिलता। मतलब कंप्लीट रैस्ट चाहिए बॉडी नूं। बिल्कुल, तुसी 5 दिन काम करो, 2 दिन कंप्लीट रैस्ट करो। अगर लोग छुट्टी भी करते हैं वीक दे विच एक बार, तो छुट्टी इन्ने काम ज़्यादा होंदे ने कि बंदा सगों ज़्यादा टायर्ड हो जाता। बिल्कुल, दैट्स ट्रू। हाँ जी। ते उहदे नाल तुसी ਆਪਣੇ ਜਿਸ ਤਰ੍ਹਾਂ ਅਗਰ ਕਈਆਂ ਨੂੰ ਹੱਡੀਆਂ ਕਮਜ਼ੋਰ ਨੇ, ਕਈਆਂ ਦੀਆਂ ਮਤਲਬ ਡਾਇਬੈਟਿਕ ਹੋਣੇ ਦਾ ਚਾਂਸ ਹੁੰਦਾ ਹੈ, ਕਈਆਂ ਨੂੰ ਹੁੰਦਾ ਓਵਰਵੇਟ ਹੋਣੇ ਦਾ ਹੁੰਦਾ ਹੈ, ਕਈਆਂ ਨੂੰ ਹਾਰਮੋਨ ਦੀ ਕਮੀ ਹੁੰਦੀ ਹੈ, ਤੇ ਉਹਨਾਂ ਨੂੰ ਚਾਹੀਦਾ ਕਿ ਹੋਮਿਓਪੈਥਿਕ ਹਰਬਲ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਨੇ ਜਿਹੜੀਆਂ ਕਿ ਤੁਸੀਂ ਰੈਗੂਲਰਲੀ ਯੂਜ਼ ਕਰੋ। ਉਹਦਾ ਡੀਟੌਕਸ ਪ੍ਰੋਗਰਾਮ ਕਰੋ 2-3 ਮਹੀਨੇ ਬਾਅਦ। ਉਸ ਤੋਂ ਇਲਾਵਾ ਅਗਰ ਜਿਸ ਤਰ੍ਹਾਂ ਵਾਲਾਂ ਦੀ ਗੱਲ ਕਰਨੀ ਹੈ, ਵਾਲਾਂ ਵਾਸਤੇ ਆਰਨੀਕਾ हेयर ऑयल होंदा है, वाले शैम्पू होंदे ने, नैचुरल चीज़ां जिहड़ी माउथ वाश ने, टूथ पाउडर्स ने, इस तरह दी चीज़ां यूज़ करो। सप्लीमेंट ने मैन वास्ते, औरतां वास्ते सप्लीमेंट्स ने जिहदे विच होम्योपैथिक और हर्बल न्यूट्रीएंट्स दी नाल विटामिन भी होंदे आ, जिहड़े रैगूलर विटामिन होंदे आ उस तो डिफरेंट होंदे जी। या अगर कईयां दा जिस तरह हड्डियां कमज़ोर ने, गोडियां दे दर्द शुरू हो जाते हैं, तो वह नहीं कि तुसीं वेट करो जो तक कि डॉक्टर कहे जी तुहानूं जी यह गोडा चेंज करना पएगा जी, उस तो पहला शुरू करो। वो प्रिवेंशन है ना उहदे च। यह नहीं कि तुसीं गोली खा के दर्द ठीक कर लो, प्रॉब्लम उत्थे ही है। गोडियां दा दर्द है, तुसीं पेन किलर खाओगे तुहानूं फील नहीं होएगा जी, बट यू हैव टू टेक ऑल द टाइम। तो थोड़ा कोशिश करो अपनी सेहत का, अपने खाने पीने का, मतलब थोड़ी बहुत वॉक की, एक्सरसाइज की, तो ਉਹਦੇ ਨਾਲ ਤੁਸੀਂ ਹੈਲਦੀ ਰਹਿ ਸਕਦੇ ਹੋ। ਤੁਹਾਨੂੰ ਐ ਨਹੀਂ ਕਿ ਸਵੇਰ ਸ਼ਾਮ ਗੋਲੀਆਂ ਫੱਕਦੇ ਰਹੋ ਔਰ ਡਾਕਟਰ ਕੋਲ ਜਾਓ ਤੁਸੀਂ ਮਤਲਬ ਕਿ ਗੋਲੀਆਂ ਖਾ ਕੇ ਉਹਨਾਂ ਦੇ ਸਾਈਡ ਇਫੈਕਟ ਕਰਕੇ ਫਿਰ ਉਹਦੇ ਬਾਅਦ ਉਹਨਾਂ ਦੇ ਸਾਈਡ ਇਫੈਕਟ ਦੇ ਇਲਾਜ ਹੋ ਰਹੇ ਨੇ। ਔਰ ਸਪੈਸ਼ਲੀ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਸਭ ਨੂੰ ਚਾਹੀਦਾ ਅਨਨੈਸੈਸਰੀ ਮਤਲਬ ਐਲੋਪੈਥਿਕ ਦੀਆਂ ਦਵਾਈਆਂ ਜਿਹੜੀਆਂ ਨੇ
ਉਹ ਬਹੁਤ ਖਰਾਬ ਕਰਦੀਆਂ ਨੇ ਬਾਡੀ ਨੂੰ। ਔਰ ਡਾਕਟਰ ਸਾਹਿਬ ਜਿਸ ਤਰ੍ਹਾਂ ਅਕਸਰ ਡਾਕਟਰ ਕਹਿੰਦੇ ਨੇ ਕਿ ਤੇਲ ਦਾ ਇਸਤੇਮਾਲ ਘੱਟ ਕਰੋ, ਘੀ ਦਾ ਇਸਤੇਮਾਲ ਘੱਟ ਕਰੋ, ਪੰਜਾਬੀ ਲੋਕ ਤਾਂ ਦੇਸੀ ਘੀ ਦੇ ਬਹੁਤ ਸ਼ੌਕੀਨ ਹੁੰਦੇ ਨੇ ਜੀ ਜੀ। ਸਪੈਸ਼ਲੀ ਸਾਡੇ ਘਰਾਂ ਵਿੱਚ ਉਹ ਸਰਦੀਆਂ ਦੇ ਵਿੱਚ ਤਾਂ ਪਿੰਨੀਆਂ ਪੰਜੀਰੀ ਬਣਾਈ ਜਾਂਦੀ ਹੈ, ਤੇ ਘੀ ਦਾ ਕਿਸ ਤਰੀਕੇ ਦੇ ਨਾਲ ਇਸਤੇਮਾਲ ਅਸੀਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਇਸ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਮੈਂ ਤੇ ਹਰ ਚੀਜ਼ ਯੂਜ਼ ਕਰਨਾ ਔਰ ਆਲਵੇਜ਼ ਮੇਰੇ ਪ੍ਰੋਗਰਾਮ ਜਿਹੜੇ ਮੈਂ ਕਰਨਾ ਆਲਵੇਜ਼ ਕਹਿਣਾ ਕਿ ਦੇਸੀ ਘਿਓ ਵੀ ਖਾਓ ਜੀ, ਦੁੱਧ ਵੀ ਪੀਓ, ਬਟਰ ਵੀ ਖਾਓ, ਹਰ ਚੀਜ਼ ਮਤਲਬ ਅਗਰ ਪ੍ਰੋਟੀਨ ਖਾਂਦੇ ਹੋ, ਅਗਰ ਮੀਟ ਈਟਰ ਨੇ, ਐਗਸ ਖਾਂਦੇ ਨੇ ਅਗਰ ਉਹ ਵੀ, ਕਿਉਂਕਿ ਤੁਸੀਂ ਹਰ ਚੀਜ਼ ਜਿਹੜੀ ਹੈ ਆਪਣੇ ਹਿਸਾਬ ਨਾਲ ਖਾਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਪਾਣੀ ਵੀ ਜ਼ਿਆਦਾ ਪੀ ਕੇ ਬੰਦਾ ਮਰ ਸਕਦਾ, ਰਾਈਟ ਜੀ। ਤੇ ਇਸ ਤਰ੍ਹਾਂ ਥੋੜ੍ਹੀਆਂ ਚੀਜ਼ਾਂ ਸਾਰੀਆਂ ਖਾਣੀਆਂ ਚਾਹੀਦੀਆਂ ਨੇ। ਕੋਈ ਇਹ ਚੀਜ਼ ਨਹੀਂ ਕਿ ਇਹ ਬਿਲਕੁਲ ਛੱਡ ਦਿਓ। ਅਗਰ ਤੁਸੀਂ ਡਾਇਬੈਟਿਕ ਹੋ ਜ਼ਾਹਿਰ ਹੈ ਤਾਂ ਮਿੱਠਾ ਤੁਹਾਨੂੰ ਨਹੀਂ ਖਾਣਾ ਚਾਹੀਦਾ, ਲੇਕਿਨ ਅਗਰ ਬੈਲੈਂਸ ਫੂਡ ਖਾਂਦੇ ਹੋ ਔਰ ਜਿਹੜੀਆਂ ਚੀਜ਼ਾਂ ਅਸੀਂ ਆਪੂ ਬਚਪਨ ਤੋਂ ਖਾਂਦੇ ਆਏ ਹਾਂ ਮਤਲਬ ਉਹ ਜ਼ਿਆਦਾ ਸਾਡੇ ਵਾਸਤੇ ਚੰਗੀਆਂ ਹੁੰਦੀਆਂ ਨੇ ਰਾਦਰ ਮਤਲਬ ਤੁਸੀਂ ਦੂਜੀਆਂ ਚੀਜ਼ਾਂ ਇਸਤੇਮਾਲ ਕਰੋ ਜਿਹੜੇ ਤੁਹਾਡੇ ਸਟਮਕ ਨੂੰ ਖਰਾਬ ਕਰਦੀਆਂ ਨੇ। ਮੈਂ ਅਕਸਰ ਦੇਖਿਆ ਮੇਰੇ ਮਰੀਜ਼ ਆਉਂਦੇ ਨੇ ਜੀ, ਉਹ ਅਸੀਂ ਵਕੇਸ਼ਨ 'ਤੇ ਗਏ ਸੀ, ਉੱਥੇ ਮਤਲਬ ਉਹ ਪੀਜ਼ੇ ਖਾ ਲਏ, ਪਾਸਤੇ ਖਾ ਲਏ, ਇਸ ਤਰ੍ਹਾਂ ਦੀਆਂ ਚੀਜ਼ਾਂ, ਤੇ ਉਹ ਉਹਨਾਂ ਦਾ ਸਟਮਕ ਅਪਸੈਟ ਹੋ ਗਿਆ। ਤੇ ਆਪਣੀ ਚੀਜ਼ਾਂ ਖਾਇਆ ਕਰੋ। ਮੈਂ ਤੇ ਖੁਦ ਜਾਣਾ ਜਦੋਂ ਵੀ ਕਿਤੇ ਟਰੈਵਲ ਕਰੀਦਾ ਤੇ ਸਭ ਤੋਂ ਪਹਿਲਾਂ ਇੰਡੀਅਨ ਪਾਕਿਸਤਾਨੀ ਰੈਸਟੋਰੈਂਟ ਢੂੰਢੀਦਾ ਕਿ ਮਤਲਬ ਆਪਣੇ ਖਾਣੇ ਜਿਹੜੇ ਨੇ ਨਾ ਉਹ ਜਿਹੜੇ ਤੁਸੀਂ ਯੂਜ਼ ਟੂ ਹੋ ਉਹ ਖਾਣੇ ਚਾਹੀਦੇ ਹੈ। ਪਾਣੀ ਦਾ ਇਸਤੇਮਾਲ ਕਰੋ, ਰੈਸਟ ਬਹੁਤ ਜ਼ਰੂਰੀ ਹੈ ਕਿਉਂਕਿ ਰੈਸਟ ਨਾਲ ਇਤਨੀਆਂ ਚੀਜ਼ਾਂ ਸਹੀ। ਤੁਸੀਂ ਪੁੱਛ ਰਹੇ ਸੀ ਕਿ ਡਾਕਟਰ ਸਾਹਿਬ ਬੰਦਾ ਜਿੱਦਾਂ ਕਿਤਨੀ ਉਮਰ ਤੱਕ ਬੁੱਢਾ ਹੋ ਜਾਂਦਾ ਹੈ ਜਾਂ ਉਹਦੀ ਸੈਕਸ਼ੂਅਲ ਹੈਲਥ ਜਿਹੜੀ ਹੈ ਉਹ ਇਫੈਕਟ ਹੋ ਜਾਂਦੀ ਹੈ ਉਹ ਮਤਲਬ, ਲੇਕਿਨ ਮੈਂ ਕਹਿੰਦਾ ਕਿ ਮੈਨ ਦੀ ਸੈਕਸ਼ੂਅਲ ਹੈਲਥ ਜਿਹੜੀ ਹੈ ਉਹ ਕਦੇ ਵੀ ਨਹੀਂ ਖਰਾਬ ਹੁੰਦੀ ਅਗਰ ਉਹਦੀ ਬਾਕੀ ਸਿਸਟਮ ਠੀਕ ਹੁੰਦੇ ਰਹਿਣ ਜੀ। ਅਗਰ ਹੋ ਵੀ ਜਾਏ ਤੇ ਹੋਮਿਓਪੈਥਿਕ ਹਰਬਲ 'ਚ ਉਹਦਾ ਬਹੁਤ ਅੱਛਾ ਇਲਾਜ ਹੈ ਕਿ ਜਿਹੜਾ ਉਹ ਕਰ ਸਕਦੀ ਹੈ, ਲੇਕਿਨ ਅਗਰ ਤੁਹਾਡੀ ਬਾਡੀ ਦਾ ਇੰਜਨ ਅਗਰ ਸਹੀ ਹੈ ਤੇ ਤੁਸੀਂ ਬਾਡੀ ਪਰਫਾਰਮ ਸਹੀ ਕਰੇਗੀ ਜੀ। ਬਿਲਕੁਲ। ਔਰ ਡਾਕਟਰ ਸਾਹਿਬ ਹੋਰ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ, ਜਵਾਬ ਲਵਾਂਗੇ, ਲੇਕਿਨ ਇੱਕ ਵੇਲਾ ਹੋ ਚੱਲਿਆ ਇੱਕ ਬ੍ਰੇਕ ਲੈਣ ਦਾ। ਔਰ ਦਰਸ਼ਕੋ ਤੁਸੀਂ ਡਾਕਟਰ ਸਾਹਿਬ ਦੇ ਨਾਲ ਫੋਨ ਤੇ ਵੀ ਗੱਲ ਕਰਕੇ ਸਲਾਹ ਮਸ਼ਵਰਾ ਕਰ ਸਕਦੇ ਹੋ, ਚਾਹੇ ਵਰਲਡ ਦੇ ਕਿਸੇ ਵੀ ਕੰਟਰੀ ਵਿੱਚ ਤੁਸੀਂ ਬੈਠੇ ਹੋ, ਇਹਨਾਂ ਦੇ ਨੰਬਰ ਤੇ ਕਾਲ ਕਰਕੇ ਤੁਸੀਂ ਫ੍ਰੀ ਕੰਸਲਟੇਸ਼ਨ ਕਰ ਸਕਦੇ ਹੋ। ਔਰ ਇਹ ਤੁਹਾਨੂੰ ਦਵਾਈਆਂ ਕਿਸੇ ਵੀ ਕੰਟਰੀ ਵਿੱਚ ਤੁਸੀਂ ਬੈਠੇ ਹੋ ਉੱਥੇ ਤੁਹਾਨੂੰ ਬਾਏ ਮੇਲ ਦਵਾਈਆਂ ਵੀ ਭੇਜ ਸਕਦੇ ਨੇ। ਔਰ ਇਹਨਾਂ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਆ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਔਰ ਦਰਸ਼ਕੋ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ, ਜਲਦ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਹੋਮਿਓਪੈਥੀ ਔਰ ਹਰਬਲ ਦਵਾਈਆਂ ਦੇ ਮਾਹਰ ਡਾਕਟਰ ਇਫਤਖਾਰ ਚੌਧਰੀ ਜੀ, ਜੋ ਕਿ ਲਾਸਟ 32 ਸਾਲਾਂ ਤੋਂ 32 ਈਅਰਸ ਤੋਂ ਇਹ ਜੋ ਆਪਣੀਆਂ ਸੇਵਾਵਾਂ ਦੇ ਰਹੇ ਨੇ। ਔਰ ਇਹਨਾਂ ਦੇ 2 ਸੈਂਟਰ ਨਿਊਯਾਰਕ ਕੁਈਨਸ ਦੇ ਵਿੱਚ ਮੌਜੂਦ ਨੇ ਜਿੱਥੇ ਜਾ ਕੇ ਤੁਸੀਂ ਦਵਾਈ ਲੈ ਸਕਦੇ ਹੋ, ਕੰਸਲਟ ਕਰ ਸਕਦੇ ਹੋ। 112-04 101 ਐਵੇਨਿਊ ਰਿਚਮੰਡ ਹਿੱਲ ਨਿਊਯਾਰਕ ਵਿਖੇ ਇੱਕ ਇਹਨਾਂ ਦਾ ਸੈਂਟਰ ਹੈ। ਔਰ ਦੂਸਰਾ ਸੈਂਟਰ ਇਹਨਾਂ ਦਾ 72-15 35th ਐਵੇਨਿਊ ਜੈਕਸਨ ਹਾਈਟ ਵਿਖੇ ਵੀ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਅਗਰ ਤੁਸੀਂ ਨਹੀਂ ਵੀ ਆ ਸਕਦੇ, ਕਿਤੇ ਵੀ ਤੁਸੀਂ ਬੈਠੇ ਹੋ, ਜਸਟ ਇੱਕ ਫੋਨ ਕਰਕੇ ਇਹਨਾਂ ਨਾਲ ਤੁਸੀਂ ਫ੍ਰੀ ਕੰਸਲਟ ਕਰ ਸਕਦੇ ਹੋ। ਔਰ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ, ਕਿਤੇ ਵੀ ਤੁਸੀਂ ਰਹਿੰਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਉੱਥੇ ਇਹ ਤੁਹਾਨੂੰ ਦਵਾਈ ਜੋ ਹੈ ਬਾਈ ਮੇਲ ਪਹੁੰਚ ਸਕਦੀ ਹੈ। ਸਿਰਫ ਲੋੜ ਹੈ ਇੱਕ ਕਾਲ ਕਰਨ ਦੀ। ਇਹਨਾਂ ਨੂੰ ਇੱਕ ਕਾਲ ਕਰਕੇ ਤੁਸੀਂ ਫ੍ਰੀ ਕੰਸਲਟ ਕਰ ਸਕਦੇ ਹੋ। ਔਰ ਆਓ ਇੱਕ ਵਾਰ ਫਿਰ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਡਾਕਟਰ ਸਾਹਿਬ ਇੱਕ ਮੇਰੇ ਫਰੈਂਡ ਨੇ, ਉਹਨਾਂ ਦੀ ਜੋ ਸ਼ੂਗਰ ਲੈਵਲ ਹੈ ਡਾਇਬਟਿਕ ਨੇ, ਔਰ 9.1 ਉਹਨਾਂ ਦੀ ਸ਼ੂਗਰ ਆਈ ਹੈ ਔਰ ਕਾਫੀ ਦੇਰ ਤੋਂ ਉਹ ਐਲੋਪੈਥੀ ਦਵਾਈਆਂ ਖਾ ਰਹੇ ਨੇ, ਲੇਕਿਨ ਕੋਈ ਖਾਸ ਫਰਕ ਨਹੀਂ ਪੈ ਰਿਹਾ। ਤੇ ਉਹਨਾਂ ਦੇ ਲਈ ਕਿਸ ਤਰੀਕੇ ਦੇ ਨਾਲ ਹੋਮਿਓਪੈਥੀ ਜਾਂ ਹਰਬਲ ਦਵਾਈਆਂ ਦੇ ਵਿੱਚ ਉਹਨਾਂ ਦਾ ਇਲਾਜ ਹੋ ਸਕਦਾ ਹੈ ਅਗਰ ਇੰਨੀ ਸ਼ੂਗਰ ਹੋਵੇ ਉਸ ਦੇ ਬਾਵਜੂਦ? ਜੀ ਡੈਫੀਨੇਟਲੀ ਸਾਡਾ ਡਾਇਬੈਟਿਕ ਫਾਰਮੂਲਾ ਹੈ, ਬਹੁਤ ਵਧੀਆ ਟੈਬਲੇਟ ਫਾਰਮ 'ਚ ਹੈ, 2 ਗੋਲੀਆਂ 3 ਟਾਈਮ ਰੋਟੀ ਖਾਣ ਦੇ ਨਾਲ ਖਾਣ। ਅੱਛਾ, ਉਹਨਾਂ ਨੂੰ ਚਾਹੀਦਾ ਕਿ ਫਰੂਟਸ ਖਾਣੇ ਬੰਦ ਕਰ ਦੇਣ ਔਰ ਆਸਤੇ ਆਸਤੇ ਉਹਨਾਂ ਦੀ ਅੰਗਰੇਜ਼ੀ ਦਵਾਈ ਜਿਹੜੀ ਹੈ ਉਹ ਛੁੱਟ ਸਕਦੀ ਹੈ ਅਗਰ ਤੁਸੀਂ ਸਾਡਾ ਡਾਇਬੈਟਿਕ ਫਾਰਮੂਲਾ ਮੰਗਾ ਕੇ ਸ਼ੁਰੂ ਕਰੋ ਤੇ। ਹਾਂਜੀ ਜੀ। ਔਰ ਡਾਕਟਰ ਸਾਹਿਬ ਕਈ ਵਾਰ ਕੁਝ ਲੋਕ ਐਸੇ ਹੁੰਦੇ, ਕਹਿੰਦੇ ਅਸੀਂ ਡਾਕਟਰ ਕੋਲ ਰੈਗੂਲਰ ਜਾਂਦੇ ਹਾਂ, ਟੈਸਟ ਵੀ ਕਰਵਾਉਂਦੇ ਹਾਂ, ਟੈਸਟ ਵਿੱਚ ਕੁਝ ਆਇਆ ਵੀ ਨਹੀਂ, ਲੇਕਿਨ ਫਿਰ ਵੀ ਪਰੇਸ਼ਾਨੀ ਜਿਹੜੀ ਉਸੇ ਤਰੀਕੇ ਦੇ ਨਾਲ ਬਣੀ ਹੋਈ ਹੈ। ਇਸ ਸੂਰਤ ਹਾਲ ਦੇ ਵਿੱਚ ਕੀ ਕਰਨਾ ਚਾਹੀਦਾ ਹੈ? ਦੇਖੋ, ਅਗਰ ਤੁਹਾਨੂੰ ਕੋਈ ਤਕਲੀਫ ਹੈ ਜਿਸ ਤਰ੍ਹਾਂ ਬੈਕ ਪੇਨ ਹੈ ਫਾਰ ਐਗਜ਼ਾਮਪਲ, ਇਹ ਬਹੁਤ ਹੀ ਆਮ ਬਿਮਾਰੀ ਹੈ ਔਰ
ਕਈ ਦਫਾ ਤੁਸੀਂ ਡਾਕਟਰ ਕੋਲ ਜਾਂਦੇ ਹੋ, ਚੈੱਕਅਪ ਹੁੰਦਾ ਹੈ, ਸਾਰਾ ਕੁਝ ਟੈਸਟ ਹੁੰਦਾ ਹੈ, ਐਕਸਰੇ ਹੁੰਦੇ ਨੇ, ਸਾਰਾ ਕੁਝ ਠੀਕ ਨਿਕਲਦਾ ਹੈ, ਡਾਕਟਰ ਤੁਹਾਨੂੰ ਕੋਈ ਦਵਾਈ ਨਹੀਂ ਦਿੰਦਾ, ਕਹਿੰਦਾ ਪੇਨ ਕਿਲਰ ਖਾ ਲਓ ਔਰ ਦੈਟਸ ਇਟ ਜੀ। ਲੇਕਿਨ ਉਹਦੀਆਂ ਹੋਮਿਓਪੈਥਿਕ ਹਰਬਲ 'ਚ ਜਿਹੜਾ ਅਸੀਂ ਇਲਾਜ ਕਰਨੇ ਆ ਉਹ ਦੇਖਦੇ ਆ ਕਿ ਵਜ੍ਹਾ ਕੀ ਹੈ ਉਸ। ਅਗਰ ਉਹਦੀਆਂ ਕਾਫੀ ਸਾਰੀਆਂ ਵਜ੍ਹਾ ਹੁੰਦੀਆਂ ਨੇ। ਇੱਕ ਵਜ੍ਹਾ ਇਹ ਵੀ ਹੁੰਦੀ ਹੈ ਕਿ ਤੁਸੀਂ ਅਗਰ ਬੈਠਣੇ ਦੀ ਜੌਬ ਕਰਦੇ ਹੋ, ਜ਼ਿਆਦਾਤਰ ਲੰਬੇ ਅਰਸੇ ਬੈਠੇ ਰਹਿੰਦੇ ਹੋ, ਤੇ ਉਹ ਵੀ ਇੱਕ ਵਜ੍ਹਾ ਹੈ। ਦੂਸਰਾ, ਅਗਰ ਤੁਸੀਂ ਗੱਡੀ ਚਲਾਉਂਦੇ ਹੋ ਜਾਂ ਕੁਰਸੀ ਹੈ ਤੁਹਾਡੀ ਜਿਹਦੇ 'ਚ ਤੁਸੀਂ ਉਹਦਾ ਜਿਹੜਾ ਕੁਸ਼ਨ ਠੀਕ ਨਹੀਂ ਹੈ ਔਰ ਉਹਦਾ ਤੁਸੀਂ ਬੈਲੈਂਸ ਤੁਹਾਡੀ ਬਾਡੀ ਦਾ ਸਹੀ ਨਹੀਂ ਰਹਿੰਦਾ, ਉਹਦੀ ਵਜ੍ਹਾ ਨਾਲ ਵੀ ਹੋ ਸਕਦਾ। ਜਾਂ ਫਿਰ ਤੁਸੀਂ ਖੜੇ ਰਹਿੰਦੇ ਹੋ ਜ਼ਿਆਦਾ, ਕਿ ਲੋਕ 12-12 ਘੰਟੇ ਕੰਮ ਕਰਦੇ ਨੇ, ਸਟੋਰ 'ਚ ਕੋਈ ਜਗ੍ਹਾ ਬਹਿਣੇ ਦੀ ਹੁੰਦੀ ਨਹੀਂ, ਔਰ ਜਾਂ ਗੈਸ ਸਟੇਸ਼ਨਾਂ ਦੇ ਬੰਦੇ ਕੰਮ ਕਰਦੇ ਨੇ, ਬਾਹਰ ਖੜੇ ਰਹਿੰਦੇ ਨੇ ਇਤਨੀ ਲੰਬੇ ਅਰਸੇ ਵਾਸਤੇ, ਤੇ ਜ਼ਾਹਿਰ ਹੈ ਤੁਸੀਂ ਇੱਕ ਪੋਜੀਸ਼ਨ 'ਚ ਤੁਹਾਡੀ ਬਾਡੀ ਜਿਹੜੀ ਹੈ ਉਹ ਸਹੀ ਨਹੀਂ ਹੁੰਦੀ, ਚਾਹੇ ਉਹ ਬੈਠੇ ਰਹੋ ਚਾਹੇ ਖਲੋਤੇ ਰਹੋ। ਕੁਛ ਟਾਈਮ ਬਾਅਦ ਤੁਹਾਨੂੰ ਉਹ ਪੋਜੀਸ਼ਨ ਚੇਂਜ ਕਰਨੇ ਦੀ ਜ਼ਰੂਰਤ ਹੁੰਦੀ ਹੈ। ਅੱਛਾ, ਔਰਤਾਂ ਦਾ ਵੀ ਇਹੀ ਹਾਲ ਹੈ ਕਿ ਘਰ 'ਚ ਕੰਮ ਕਰੀ ਜਾਂਦੇ ਨੇ, ਕਿਚਨ 'ਚ ਖੜੇ ਰਹਿੰਦੇ ਨੇ, ਮਤਲਬ ਬਹੁਤ ਜ਼ਿਆਦਾ ਖੜੇ ਰਹਿ ਕੇ, ਜਾਂ ਜੌਬ ਵੀ ਕਰਨੀ ਹੈ ਤਾਂ ਉੱਥੇ ਵੀ ਖੜੇ ਰਹਿੰਦੇ ਨੇ ਜ਼ਿਆਦਾ, ਔਰ ਉਹਦਾ ਸਾਰਾ ਬਾਡੀ ਦਾ ਵਜ਼ਨ ਤੁਹਾਡੀ ਗੋਡਿਆਂ 'ਤੇ, ਗਿੱਟਿਆਂ 'ਤੇ, ਮਤਲਬ ਏੜੀ 'ਤੇ ਪੈਂਦਾ। ਏੜੀ ਦਾ ਵੀ ਬਹੁਤ ਕਾਮਨ ਪੇਨ ਹੋਣੇ ਦਾ ਪ੍ਰੋਬਲਮ ਹੈ। ਤੇ ਦਵਾਈ ਦੇ ਨਾਲ ਨਾਲ ਅਸੀਂ ਇਹ ਉਹਨਾਂ ਨੂੰ ਐਡਵਾਈਸ ਕਰਨੇ ਆ ਕਿ ਤੁਸੀਂ ਆਪਣੀ ਲਾਈਫ ਸਟਾਈਲ ਕਿਸ ਤਰ੍ਹਾਂ ਚੇਂਜ ਕਰਨਾ ਹੈ ਤਾਂ ਕਿ ਤੁਸੀਂ ਸਹੀ ਰਹੋ। ਤੁਸੀਂ ਯੰਗ ਬੰਦਾ ਹੈ, ਤੁਸੀਂ ਮਤਲਬ ਪੇਨ ਕਿਲਰ 'ਤੇ ਲੱਗ ਜਾਓ ਤੇ ਦੈਟਸ ਨਾਟ ਗੁੱਡ ਨਾ, ਕਿ ਪੇਨ ਕਿਲਰ ਇੱਕ ਦਿਨ ਖਾ ਲਓ, ਤੁਹਾਨੂੰ ਦਰਦ ਮਹਿਸੂਸ ਨਹੀਂ ਹੋ ਰਿਹਾ, ਲੇਕਿਨ ਉਹ ਪ੍ਰੋਬਲਮ ਤੇ ਉੱਥੇ ਹੀ ਹੈ। ਪ੍ਰੋਬਲਮ ਉੱਥੇ ਹੀ ਹੈ, ਬਿਲਕੁਲ। ਉਹਦੇ 'ਚ ਹੋਮਿਓਪੈਥਿਕ ਹਰਬਲ 'ਚ ਅਸੀਂ ਦੱਸਦੇ ਹਾਂ ਕਿ ਤੁਸੀਂ ਹਫਤੇ 'ਚ ਇੱਕ ਦਫਾ ਮਸਾਜ ਵੀ ਕਰਿਆ ਕਰੋ। ਅਗਰ ਤੁਹਾਡੇ ਲੱਤਾਂ 'ਚ ਦਰਦ ਹੁੰਦਾ, ਬੈਕ 'ਚ ਦਰਦ ਹੁੰਦਾ, ਸਾਡਾ ਬਹੁਤ ਅੱਛਾ ਥੈਰਾ ਆਇਲ ਹੈ, ਇਟਸ ਵੈਰੀ ਗੁੱਡ ਫॉर ਮਸਾਜ, ਯੂ ਨੋ, ਲਾਈਕ ਸਰਕੂਲੇਸ਼ਨ ਇੰਪਰੂਵ ਕਰਦਾ। ਤੇ ਇਹ ਛੋਟੀਆਂ ਚੀਜ਼ਾਂ ਜਿਹੜੀਆਂ ਨੇ, ਅਗਰ ਤੁਸੀਂ ਕੰਮ ਕਰਦੇ ਹੋ, ਕੰਮ ਤੋਂ ਆ ਕੇ ਤੁਸੀਂ ਸ਼ਾਵਰ ਜ਼ਰੂਰ ਲਓ, ਟੱਬ 'ਚ 2-4 ਮਿੰਟ ਬੈਠ ਜਾਇਆ ਕਰੋ ਗਰਮ ਪਾਣੀ ਕਰਕੇ, ਉਹਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਬਾਡੀ ਰਿਲੈਕਸ ਹੁੰਦੀ ਹੈ ਤੁਹਾਡੀ। ਤੇ ਇਹ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਇਹ ਬੰਦਾ ਕਰਦਾ ਤੇ ਆਦਮੀ ਹੈਲਦੀ ਰਹਿੰਦਾ, ਰਾਦਰ ਦੈਨ ਕਿ ਤੁਸੀਂ ਡਾਕਟਰਾਂ ਦੇ ਪਿੱਛੇ ਦੌੜਦੇ ਰਹੋ, ਟੈਸਟ ਕਰਾਉਂਦੇ ਰਹੋ, ਪੇਨ ਕਿਲਰ ਖਾਣੇ ਸ਼ੁਰੂ ਕਰ ਦਿਓ, ਜਾਂ ਥੋੜ੍ਹਾ ਬਹੁਤ ਤੁਹਾਡਾ ਕੋਲੈਸਟਰੋਲ ਹੈ, ਕੋਲੈਸਟਰੋਲ ਦੀ ਦਵਾਈ ਡਾਕਟਰ ਦੇ ਦਿੰਦੇ, ਉਹ ਖਾ ਕੇ ਤੁਹਾਡੇ ਹੋਰ ਹੱਡੀਆਂ ਕਮਜ਼ੋਰ, ਮਸਲ ਕਮਜ਼ੋਰ। ਤੁਸੀਂ ਕੋਲੈਸਟਰੋਲ ਨੂੰ ਅਗਰ ਕੰਟਰੋਲ ਕਰਨਾ, ਤੁਸੀਂ ਇੱਕ ਐਪਲ ਖਾਇਆ ਕਰੋ ਰੋਜ਼ ਜੀ, ਪਾਣੀ ਦਾ ਇਸਤੇਮਾਲ ਕਰੋ, ਐਪਲ ਖਾਓ, ਹੋਰ ਖਾਣੇ ਪੀਣੇ ਥੋੜਾ ਕੰਟਰੋਲ ਕਰੋ ਤੇ ਤੁਹਾਡਾ ਕੋਲੈਸਟਰੋਲ ਸਹੀ ਰਹਿੰਦਾ ਜੀ। ਸਮਝ ਗਏ ਨਾ, ਕਿ ਬਜਾਏ ਦਵਾਈਆਂ ਤੋਂ ਬਚੋ ਜਿੰਨਾ ਵੀ ਹੋ ਸਕਦਾ। ਦਵਾਈਆਂ ਇਹ ਨਹੀਂ ਕਿ ਤੁਸੀਂ 3 ਟਾਈਮ ਰੋਟੀ ਖਾਣੇ ਦੇ ਬਜਾਏ ਦਵਾਈਆਂ ਖਾ ਰਹੇ ਹੋ ਜੀ, ਸਮਝੇ ਨਾ। ਤੇ ਥੋੜਾ ਜਿਹਾ ਆਪਣੇ ਲਾਈਫ ਵਾਸਤੇ ਟਾਈਮ ਕੱਢੋ। ਔਰ ਕਈ ਲੋਕਾਂ ਨੂੰ ਸਕਿਨ ਦਾ ਪ੍ਰੋਬਲਮ ਹੁੰਦਾ, ਮਤਲਬ ਸਕਿਨ ਖਾਰਿਸ਼ ਬਹੁਤ ਹੁੰਦੀ ਹੈ ਉਹਨਾਂ ਨੂੰ, ਔਰ ਉਹ ਐਗਜ਼ੀਮਾ ਵੀ ਹੁੰਦਾ ਹੈ, ਸੋਰਾਇਸਿਸ ਹੁੰਦੀ ਹੈ, ਬਹੁਤ ਕਾਮਨ ਪ੍ਰੋਬਲਮ ਹੈ ਸਕਿਨ ਦਾ, ਬੱਚਿਆਂ 'ਚ ਵੀ ਹੈ, ਵੱਡਿਆਂ 'ਚ ਵੀ ਹੈ। ਔਰ ਡਾਕਟਰ ਜਿਹੜੇ ਉਹ ਤੁਹਾਨੂੰ ਕਰੀਮ ਵਗੈਰਾ ਦੇ ਦਿੰਦੇ ਆ, ਲਾਉਂਦੇ ਰਹੋ, ਠੀਕ ਹੈ ਉਸ ਤਰ੍ਹਾਂ, ਲੇਕਿਨ ਅੰਦਰੋਂ ਪ੍ਰੋਬਲਮ ਨੂੰ ਠੀਕ ਹੋਣਾ ਚਾਹੀਦਾ। ਔਰ ਉਹਦਾ ਬਹੁਤ ਜ਼ਿਆਦਾ ਉਹਦਾ ਤਾਲੁਕ ਹੈ ਦਵਾਈ ਦੇ ਨਾਲ। ਅਸੀਂ ਇਹ ਵੀ ਦੱਸਦੇ ਹਾਂ, ਫਿਗਰ ਆਊਟ ਕਰਨੇ ਆ ਕਿ ਬੰਦੇ ਕੋਈ ਗਲਤ ਫੂਡ ਖਾ ਰਹੇ ਹੁੰਦੇ ਨੇ, ਉਹਦੇ ਨਾਲ ਵੀ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਵੱਧ ਜਾਂਦਾ। ਜਿਸ ਤਰ੍ਹਾਂ ਨਟਸ ਹੋ ਗਏ, ਬਦਾਮ, ਪਿਸਤੇ, ਅਖਰੋਟ, ਕਿਸ਼ਮਿਸ਼ ਕਹਿੰਦੇ ਨੇ, ਇਹ ਅੱਛੀ ਤਾਕਤ ਵਾਲੀ ਚੀਜ਼ ਹੈ। ਉਹ ਜਿਨ੍ਹਾਂ ਲੋਕਾਂ ਨੂੰ ਸਕਿਨ ਦਾ ਪ੍ਰੋਬਲਮ ਹੁੰਦਾ ਉਹਨਾਂ ਨੂੰ ਉਹ ਖਾਣ ਦੇ ਤੇ ਉਹਨਾਂ ਦਾ ਹੋਰ ਪ੍ਰੋਬਲਮ ਵਧੇਗਾ, ਤੇ ਉਹਨਾਂ ਨੂੰ ਨਹੀਂ ਚਾਹੀਦਾ ਕਿ ਇਤਨਾ। ਔਰ ਕੋਈ ਵੀ ਚੀਜ਼ ਹੈ ਜ਼ਿਆਦਾ ਕੁਆਂਟੀਟੀ 'ਚ ਨਹੀਂ ਖਾਣੀ ਚਾਹੀਦੀ ਜੀ, ਬਿਲਕੁਲ। ਔਰ ਡਾਕਟਰ ਸਾਹਿਬ, ਇੱਕ ਤੁਸੀਂ ਡੀਟੌਕਸ ਬਾਰੇ ਗੱਲ ਕਰਦੇ ਹੁੰਦੇ ਹੋ, ਤੁਹਾਡੇ ਕੋਲ ਡੀਟੌਕਸ ਪ੍ਰੋਗਰਾਮ ਹੈ। ਡੀਟੌਕਸ ਕਿਉਂ ਜ਼ਰੂਰੀ ਔਰ ਇਹਦੇ ਕੀ ਫਾਇਦੇ ਨੇ ਸਾਡੇ ਸਰੀਰ ਲਈ? ਡੀਟੌਕਸ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਸ਼ਾਵਰ ਲੈਂਦੇ ਹੋ ਸੁਬਾਹ ਸ਼ਾਮ, ਆਪਣੀ ਬਾਡੀ ਨੂੰ ਧੋਂਦੇ ਹੋ ਬਾਹਰੋਂ, ਤੇ ਵਾਟ ਅਬਾਊਟ ਅੰਦਰ ਦਾ ਸਿਸਟਮ ਜਿਹੜਾ ਉਹਨੂੰ ਧੋਣੇ ਦੀ ਵੀ ਜ਼ਰੂਰਤ ਹੈ। ਤੁਸੀਂ ਗੱਡੀ ਨੂੰ ਤੇ ਸ਼ਾਵਰ ਕਰਾਉਂਦੇ ਹੋ, ਮਤਲਬ ਹਫਤੇ 'ਚ 1 ਵਾਰੀ 2 ਵਾਰੀ, ਜਦੋਂ ਵੀ ਬਾਡੀ ਤੁਸੀਂ ਆਪਣੀ ਧੋਂਦੇ ਹੋ, ਹੋਰ ਕੁਝ ਕਲੀਨਿੰਗ ਕਰਦੇ ਹੋ ਚੀਜ਼ਾਂ ਦੀ। ਵਾਟ ਅਬਾਊਟ ਯੋਰ ਬਾਡੀ ਫਰਮ ਇਨਸਾਈਡ, ਯੂ ਨੋ, ਕਿਉਂਕਿ ਇਨਸਾਈਡ ਅਗਰ ਤੁਹਾਡਾ ਕਲੀਨ ਨਹੀਂ ਹੈ ਤਾਂ ਤੁਹਾਡੇ ਬਹੁਤ ਸਾਰੇ ਬਾਡੀ ਫੰਕਸ਼ਨ ਜਿਹੜੇ ਠੀਕ ਨਹੀਂ ਹੁੰਦੇ। ਤੁਹਾਡਾ ਲੀਵਰ, ਤੁਹਾਡਾ ਕਿਡਨੀ, ਤੁਹਾਡੇ ਯੂ ਨੋ ਲਾਈਕ ਬਲੱਡ ਵਗੈਰਾ, ਸਾਰਾ ਕੁਝ ਜਿਹੜੇ ਟੌਕਸਿਨ ਬਾਡੀ 'ਚ ਰਹਿੰਦੇ ਨੇ, ਤੁਹਾਨੂੰ ਐਲਰਜੀਜ਼, ਤੁਹਾਡਾ ਇਮਿਊਨ ਸਿਸਟਮ ਇਫੈਕਟ ਹੋ ਜਾਂਦਾ ਹੈ, ਬਾਡੀ ਦਾ ਡਿਫੈਂਸ ਸਿਸਟਮ, ਤੁਹਾਡੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਅਕਸਰ ਔਰਤਾਂ ਜਿਹੜੀਆਂ ਨੇ ਸਕਿਨ ਦੇ ਉਹ ਫੇਸ਼ੀਅਲ ਕਰਾ ਕੇ ਰਗੜਾ ਕੇ ਮੂੰਹ ਨੂੰ, ਮਤਲਬ ਕਿ ਉਹਦੇ ਨਾਲ ਤੇ ਨਹੀਂ ਹੋਣਾ ਨਾ ਕੰਮ ਸਹੀ, ਉਹਦੇ 1-2% ਠੀਕ ਹੁੰਦਾ, ਲੇਕਿਨ ਅੰਦਰੋਂ ਪ੍ਰੋਬਲਮ ਨੂੰ ਸੋਲਵ ਹੋਣਾ ਚਾਹੀਦਾ। ਅਗਰ ਤੁਸੀਂ ਡੀਟੌਕਸ ਕਰਦੇ ਹੋ, ਤੁਹਾਡੀ ਪੂਰਾ ਸਿਸਟਮ ਅੰਦਰੋਂ ਕਲੀਨ ਹੋ ਜਾਂਦਾ, ਤੁਹਾਡੀ ਸਕਿਨ ਇਤਨੀ ਕਲੀਅਰ ਹੋ ਜਾਂਦੀ ਹੈ। ਔਰ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਹੈ, ਕਮ ਅਜ਼ ਕਮ 2-3 ਮਹੀਨੇ ਬਾਅਦ ਇੱਕ ਦਫਾ ਡੀਟੌਕਸ ਕਰਨ, ਉਹਨਾਂ ਦੀ ਸਿਹਤ ਅੱਛੀ ਰਹੇਗੀ, ਉਹਨਾਂ ਦਾ ਸਿਸਟਮ ਕਲੀਨ ਹੋ, ਬਿਮਾਰੀਆਂ ਤੋਂ ਬਚੇ ਰਹਿਣਗੇ। ਜੋ ਡਾਕਟਰ ਸਾਹਿਬ ਤੁਸੀਂ 2-3 ਮਹੀਨੇ ਤੋਂ ਬਾਅਦ ਕਹਿ ਰਹੇ ਹੋ ਡੀਟੌਕਸ ਜ਼ਰੂਰੀ ਹੈ, ਕਿੰਨੀ ਦੇਰ ਦਾ ਇਹ ਪ੍ਰੋਸੈਸ ਹੈ? ਇਹ ਜਿਹੜਾ ਇੱਕ ਬਾਕਸ ਹੈ ਸਾਡਾ 2 ਵੀਕ ਦੀ ਸਪਲਾਈ ਹੁੰਦੀ ਹੈ ਉਹਦੇ ਵਿੱਚ, ਜਿਹਦੇ 'ਚ ਲਿਵਰ ਫਾਰਮੂਲਾ ਹੁੰਦਾ ਹੈ,
ਲੀਵਰ ਕਲੈਂਜ਼ਰ, ਕੋਲਨ ਕਲੈਂਜ਼ਰ, ਬਲੱਡ ਕਲੈਂਜ਼ਰ। ਉਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਅੱਛਾ ਹੁੰਦਾ, ਤੁਹਾਡਾ ਸਿਸਟਮ ਅੰਦਰੋਂ ਕਲੀਨ ਅਪ ਹੋ ਜਾਂਦਾ। ਔਰ ਦੇਖਿਆ ਜੇ ਮੈਂ ਤੇ ਸਿਰਫ ਡੀਟੌਕਸ ਹੀ ਖਾਨਾ, ਮੈਂ ਤਾਂ ਕਿਤਨੇ ਅਰਸੇ ਤੋਂ ਖਾ ਰਿਹਾ, ਮਤਲਬ ਔਨ ਐਂਡ ਆਫ ਕਰਦਾ ਰਹਿਣਾ। ਲੇਕਿਨ ਅਗਰ ਤੁਹਾਡੀ ਬਾਡੀ ਫੰਕਸ਼ਨ ਜਿਹੜੇ ਅੰਦਰੋਂ ਤੁਹਾਡੀ ਬਾਡੀ ਦੀ ਜਿਹੜੀ ਮਤਲਬ ਮਸ਼ੀਨ ਕਹਿ ਲਓ, ਅਗਰ ਉਹ ਸਾਫ਼ ਹੈ ਤੇ ਤੁਹਾਡੇ ਬਹੁਤ ਸਾਰੇ ਤੁਸੀਂ ਪ੍ਰੋਬਲਮਾਂ ਤੋਂ ਬਚ ਜਾਂਦੇ ਹੋ। ਇੱਕ ਬੜਾ ਕਾਮਨ ਪ੍ਰੋਬਲਮ ਹੈ ਯੂਰਿਕ ਐਸਿਡ ਵੱਧ ਜਾਂਦਾ ਜੀ, ਗੋਡਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਅੱਡੀ 'ਚ ਦਰਦ ਹੁੰਦਾ ਹੈ, ਅੰਗੂਠੇ 'ਚ ਦਰਦ ਹੁੰਦਾ ਹੈ, ਅੰਗੂਠੇ 'ਚ ਖਾਸ ਤੌਰ ਤੇ। ਤੇ ਯੂਰਿਕ ਐਸਿਡ ਕੀ ਹੈ? ਅਗਰ ਤੁਹਾਡੀ ਬਾਡੀ, ਤੁਹਾਡਾ ਕਿਡਨੀ ਫੰਕਸ਼ਨ ਸਹੀ ਨਹੀਂ ਹੈ, ਤੁਹਾਡਾ ਐਸਿਡ ਵਗੈਰਾ ਬਾਡੀ ਤੋਂ ਬਾਹਰ ਨਹੀਂ ਨਿਕਲ ਰਹੇ ਤੇ ਉਹਦੇ ਬਾਡੀ 'ਚ ਅੰਦਰ ਹੀ ਘੁੰਮਦੇ ਰਹਿੰਦੇ ਨਾ ਬਲੱਡ ਵਿੱਚ, ਤੁਹਾਨੂੰ ਟੌਕਸਿਨ ਬਾਡੀ 'ਚੋਂ ਕੱਢਣੇ ਨੇ। ਔਰ ਟੌਕਸਿਨ ਜਿਹੜੇ ਅੰਦਰ ਵੀ ਜਿਹੜੇ ਪਾਣੇ ਨੇ ਟੌਕਸਿਨ, ਉਹਨਾਂ ਨੂੰ ਵੀ ਬਚਣਾ, ਉਹਨਾਂ ਨੂੰ ਵੀ ਘੱਟ ਤੋਂ ਘੱਟ ਰੱਖਣਾ ਤੁਸੀਂ। ਜਿਹੜਾ ਫੂਡ ਹੈ ਉਹ ਨੈਚੁਰਲ ਖਾਓ, ਪ੍ਰੋਸੈਸ ਫੂਡ ਨਾ ਖਾਓ, ਡਰਿੰਕਸ, ਸਮੋਕ, ਡੋਡੇ ਛੋਡੇ ਕਿਤਨੇ ਲੋਕ ਨਸ਼ੇ ਕਰਦੇ ਆ, ਅਲਕੋਹਲ ਜਿਹੜਾ ਦਾਰੂ ਹੈ ਜਿਹੜਾ ਉਹ ਮਤਲਬ ਥੋੜਾ ਬਹੁਤ ਜਿਹੜੇ ਲੋਕ ਕਰਦੇ ਨੇ ਮਤਲਬ ਉਹ ਠੀਕ ਹੈ, ਲੇਕਿਨ ਅਗਰ ਤੁਸੀਂ ਬਹੁਤ ਜ਼ਿਆਦਾ ਕਰਨਾ ਸ਼ੁਰੂ ਕਰ ਦਿਓ ਤੇ ਉਹ ਤੁਹਾਡੇ ਲਿਵਰ ਨੂੰ ਇਫੈਕਟ ਕਰਦਾ। ਉਹਦਾ ਲਿਵਰ ਦਾ ਵੀ ਟੇਕ ਕੇਅਰ ਕਰਨਾ ਚਾਹੀਦਾ। ਜਿਹੜੇ ਲੋਕ ਡਰਿੰਕ ਕਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਲਿਵਰ ਫਾਰਮੂਲਾ ਜਿਹੜਾ ਡੀਟੌਕਸ ਹੈ ਉਹ ਤੁਹਾਡੇ ਉਹ ਲਿਵਰ ਨੂੰ ਵੀ ਸਟਰੈਂਥ ਕਰਦਾ, ਤੁਹਾਡੇ ਉਹ ਲਿਵਰ ਨੂੰ ਕਲੀਨ ਕਰਦਾ। ਅਗਰ ਤੁਸੀਂ ਮਤਲਬ ਬਾਡੀ 'ਚ ਗੰਦ ਪਾਈ ਜਾ ਰਹੇ ਹੋ ਤੇ ਉਹ ਬਾਡੀ ਨੂੰ ਅਗਰ ਸਾਫ਼ ਵੀ ਕਰਦੇ ਰਹੋ ਤੇ ਤੁਸੀਂ ਬਹੁਤ ਸਾਰੇ ਪ੍ਰੋਬਲਮ ਤੋਂ ਬਚ ਜਾਂਦੇ ਹੋ ਜੀ। ਇੱਕ ਤੇ ਗੰਦ ਖਾਣਾ ਬੰਦ ਕਰੋ, ਮਤਲਬ ਜਿਹਦੇ 'ਚ ਸਾਰੀਆਂ ਚੀਜ਼ਾਂ ਪ੍ਰੋਸੈਸ ਫੂਡ ਆ ਜਾਂਦੇ ਆ, ਪੀਜ਼ੇ ਹੋ ਗਏ, ਸਾਰੇ फ्राइड फूड है, डोनट्स और कुकीज़ और सारिया चीज़ा ਉਹਦੇ ਇੰਨੇ ਕੈਮੀਕਲ, ਇੰਨੇ ਕਲਰ, ਇੰਨੇ ਪ੍ਰੀਜ਼ਰਵੇਟਿਵ ਹੁੰਦੇ ਆ। ਤੁਸੀਂ ਫਰੈਸ਼ ਚੀਜ਼ਾਂ ਖਾਇਆ ਕਰੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਫਰੂਟ ਖਾਓ। ਲੇਕਿਨ ਜਿਹੜੇ ਡਾਇਬੈਟਿਕ ਲੋਕ ਉਹਨਾਂ ਨੂੰ ਨਹੀਂ ਫਰੂਟ ਖਾਣਾ ਚਾਹੀਦਾ। ਦੁੱਧ ਦਾ ਇਸਤੇਮਾਲ ਕਰੋ, ਬਟਰ ਖਾਓ, ਦੇਸੀ ਘਿਓ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਚੀਜ਼ਾਂ ਨੇ ਉਹ ਖਾਇਆ ਕਰੋ ਜੀ। ਔਰ ਰੈਸਟ ਬਹੁਤ ਜ਼ਰੂਰੀ ਹੈ, ਨੀਂਦ ਬਹੁਤ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਤੁਸੀਂ ਨੀਂਦ ਪੂਰੀ ਕਰਿਆ ਕਰੋ ਜੀ। ਡਾਕਟਰ ਸਾਹਿਬ ਅੱਜ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਹੈਲਥ ਰਿਲੇਟਡ ਬਹੁਤ ਵਧੀਆ ਗੱਲਾਂ ਜੋ ਨੇ ਸਾਂਝੀਆਂ ਕੀਤੀਆਂ। ਅਗਰ ਇਹਨਾਂ ਤੇ ਅਸੀਂ ਅਮਲ ਕਰ ਲਈਏ ਤਾਂ ਸਾਡੀ ਸਿਹਤ ਤੰਦਰੁਸਤ ਅਸੀਂ ਹੋ ਸਕਦੇ ਹਾਂ, ਸਿਹਤਮੰਦ ਹੋ ਸਕਦੇ ਹਾਂ। ਵਾਂਸ ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਦਰਸ਼ਕੋ, ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਉਦੋਂ ਹੈ ਜਦੋਂ ਅਸੀਂ ਇਹਨਾਂ ਨੂੰ ਅਮਲੀ ਜਾਮਾ ਦੇ ਦਿੰਦੇ ਹਾਂ, ਅਮਲ ਦੇ ਵਿੱਚ ਸਾਰੀਆਂ ਗੱਲਾਂ ਲੈ ਕੇ ਆਉਂਦੇ ਹਾਂ, ਫਿਰ ਅਸੀਂ ਇੱਕ ਸਹੀ, ਤੰਦਰੁਸਤ ਔਰ ਸਿਹਤਮੰਦ ਜੀਵਨ ਜੀ ਸਕਦੇ ਹਾਂ। ਔਰ ਅੱਜ ਦੇ ਲਈ ਵਿਕਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਕੱਲ੍ਹ ਫੇਰ ਮਿਲਾਂਗੇ ਇੱਕ ਨਵੀਂ ਸੋਚ ਦੇ ਨਾਲ, ਇੱਕ ਨਵੇਂ ਗੈਸਟ ਨਾਲ। ਅੱਜ ਲਈ ਸਤਿ ਸ੍ਰੀ ਅਕਾਲ।